ਭਾਰਤੀ ਭਗਤ ਕਾਲ ਵਿੱਚ ਕਬੀਰ ਦਾ ਆਗਮਨ ਇੱਕ ਅਦੁੱਤਾ ਆਗਮਨ ਹੈ। ਕਬੀਰ ਭਗਤ ਸ਼੍ਰੇਣੀ ਦੇ ਚੋਂ ਸਿਰਮੌਰ ਹੈ। ਜ਼ਿੰਦਗੀ ਦੇ ਹਰ ਪਹਿਲੂ ਦੇ ਉੱਤੇ ਆਪ ਨੇ ਆਪਣੇ ਵਿਚਾਰਾਂ ਰਾਹੀਂ ਰੋਸ਼ਨੀ ਪਾਈ ਹੈ। ਚਾਹੇ ਉਹ ਸਮਾਜਿਕ ਜੀਵਨ ਹੈ, ਚਾਹੇ ਉਹ ਧਾਰਮਿਕ ਹੈ ਅਤੇ ਚਾਹੇ ਉਹ ਰਾਜਨੀਤਿਕ ਹੈ। ਡਿੰਬ ਪਖੰਡ ਦਾ ਆਪ ਨੇ ਖੁੱਲ੍ਹੇ ਸ਼ਬਦਾਂ ਵਿੱਚ ਖੰਡਨ ਕੀਤਾ ਔਰ ਧਰਮ ਦੀ ਬੁਨਿਆਦ ਆਪ ਨੇ ਸੱਚ ਦਸੀ, ਦਇਆ ਦਸੀ, ਸੰਤੋਖ ਦਸੀ। ਜੇਠ ਦੀ ਪੂਰਨਮਾਸੀ ਬਿਕਮੇ ਸੰਮਤ 1455 ਵਿੱਚ ਕਬੀਰ ਦਾ ਜਨਮ ਬਨਾਰਸ ਵਿੱਚ ਨੀਮੂ ਨੀਰਾ ਜੁਲਾਹੇ ਦੇ ਘਰ ਹੋਇਆ। ਇਹ ਮਜ਼ਹਬ ਤੋਂ ਮੁਸਲਮਾਨ ਸਨ, ਪਰ ਕਬੀਰ ਦੇ ਸੰਸਕਾਰ ਹਿੰਦੂ ਮੁਸਲਿਮ ਤੋਂ ਬਾਲਾਤਰ ਔਰ ਉਹਨਾਂ ਨੇ ਬਕਾਇਦਾ ਐਸਾ ਆਖਿਆ ਵੀ ਹੈ, ਨਾ ਹਮ ਹਿੰਦੂ ਨਾ ਮੁਸਲਮਾਨ, ਅਲ ਹੈ ਰਾਮ ਕੇ ਪਿੰਡ ਪ੍ਰਾਨ। ਰਾਮ ਆਖਣ ਵਿੱਚ ਮੈਨੂੰ ਕੋਈ ਇਤਰਾਜ਼ ਨਹੀਂ, ਅੱਲਾ ਨੂੰ ਮੰਨਣ ਵਿੱਚ ਮੈਨੂੰ ਕੋਈ ਇਨਕਾਰ ਨਹੀਂ, ਲੇਕਿਨ ਮੈਂ ਹਿੰਦੂ ਨਹੀਂ, ਮੈਂ ਮੁਸਲਿਮ ਨਹੀਂ। ਜਿਸ ਤਰ੍ਹਾਂ ਸੂਰਜ ਦਾ ਚਾਨਣਾ ਸਾਰਿਆਂ ਲਈ ਆਉਂਦਾ ਹੈ, ਕਬੀਰ ਦੇ ਵਿਚਾਰ ਸਰਬ ਸਾਂਝੇ ਨੇ, ਸਾਰਿਆਂ ਲਈ ਨੇ। ਆਮ ਅਵਤਾਰੀ ਤੇ ਭਗਤਾਂ ਦੇ ਜਨਮ ਦੀ ਤਰ੍ਹਾਂ ਆਪ ਦਾ ਵੀ ਜਨਮ ਕਾਲ ਬੜੇ ਰਹੱਸਮਈ ਢੰਗ ਦੇ ਨਾਲ ਬਤੀਤ ਹੋਇਆ। ਆਪ ਹੱਸਦੇ ਹੋਏ ਜਗਤ ਦੇ ਚਾਏ, ਜਦ ਕਿ ਜਗਤ ਦਾ ਨਿਯਮ ਹੈ ਬਾਲਕ ਅਕਸਰ ਰੋਂਦੇ ਹੋਏ ਆਉਂਦੇ ਨੇ ਔਰ ਅੰਤ ਵੀ ਅਕਸਰ ਰੋਂਦਿਆਂ ਹੋਇਆਂ ਹੀ ਹੁੰਦਾ ਹੈ। ਪਰਮ ਪੁਰਖ ਦੀ ਇਹ ਪਹਿਚਾਨ ਹੈ, ਹੱਸਦਾ ਹੋਇਆ ਆਉਂਦਾ ਹੈ, ਹੱਸਦਾ ਹੋਇਆ ਜੀਵਦਾ ਹੈ, ਹੱਸਦਾ ਹੋਇਆ ਰੁਖਸਤ ਹੋ ਜਾਂਦਾ ਹੈ। ਸਾਰੀ ਜ਼ਿੰਦਗੀ ਹਾਸੇ ਵੰਡਣੇ, ਖੁਸ਼ੀਆਂ ਵੰਡਣੀਆਂ, ਪਰਮ ਆਨੰਦ ਵੰਡਣਾ, ਇਹ ਮਹਾਂਪੁਰਖ ਦੀ ਜ਼ਿੰਦਗੀ ਦਾ ਮਨੋਰਥ ਹੁੰਦਾ ਹੈ, ਲਕਸ਼ ਹੁੰਦਾ ਹੈ। ਨੀਮੂ ਨੀਰਾ ਅਧਕੜ ਉਮਰ ਦੇ ਵਿੱਚ ਆਪਣੇ ਘਰ ਇਸ ਅਦੁੱਤੀ ਸੰਤਾਨ ਨੂੰ ਵੇਖ ਕੇ ਫੁੱਲੇ ਨਹੀਂ ਸਮਾਉਂਦੇ। ਬਚਪਨ ਕਾਲ ਤੋਂ ਹੀ ਆਪ ਅਗੰਮੀ ਗੱਲਾਂ ਹਰ ਮਹਿਫਿਲ ਦੇ ਵਿੱਚ ਬੈਠ ਕੇ ਕਰਦੇ ਸਨ। ਬੱਚਿਆਂ ਨਾਲ ਬੈਠਣਾ ਪਰ ਗੱਲ ਆਗਮ ਨਿਗਮ ਦੀ ਕਰਨੀ, ਖੇਡਣ ਲਈ ਬੈਠਣਾ ਪਰ ਗੱਲ ਅੱਲਾ ਦੀ ਕਰਨੀ, ਰਾਮ ਦੀ ਕਰਨੀ। ਖੇਡ ਦੇ ਵਿੱਚ ਰੁਚੀਆਂ ਨਾ ਹੋ ਕੇ ਖੇਡ ਨੂੰ ਵੀ ਬੰਦਗੀ ਦੀ ਸ਼ਕਲ ਬਣਾ ਦੇਣੀ, ਇਹ ਕਬੀਰ ਦਾ ਰੋਜ਼ਮर्रा ਦਾ ਕਰਮ ਸੀ। ਵਿਦਿਅਕ ਮੰਦਰਾਂ ਤੇ ਧਾਰਮਿਕ ਮੰਦਰਾਂ ਦੇ ਦੁਆਰ ਆਪ ਲਈ ਬੰਦ ਸਨ, ਕਿਉਂ ਕਿ ਆਪ ਜੁਲਾਹੇ ਘਰ ਵਿੱਚ ਜਨਮੇ ਸਨ। ਇਸ ਲਈ ਇਸ ਦੇਸ਼ ਦੀ ਵਰਣ ਪ੍ਰਥਾ ਦੇ ਮੁਤਾਬਕ ਆਪ ਸ਼ੂਦਰ ਸਨ ਤੇ ਸ਼ੂਦਰ ਦੇ ਕੋਲੋਂ ਇਹ ਅਖਤਿਆਰ ਖੋਹ ਲਿਆ ਗਿਆ ਸੀ। ਨਾ ਉਹ ਵਿਦਿਆ ਪੜ੍ਹ ਸਕਦਾ ਸੀ ਤੇ ਨਾ ਉਹ ਧਰਮ ਮੰਦਰ ਤੇ ਜਾ ਕੇ ਪੂਜਾ ਪ੍ਰਤਿਸ਼ਠਾ ਕਰ ਸਕਦਾ ਸੀ। ਮਨੁੱਖ ਦਾ ਸਾਰਾ ਵਿਕਾਸ ਵਿਦਿਅਕ ਮੰਦਰਾਂ ਤੇ ਧਾਰਮਿਕ ਮੰਦਰਾਂ ਦੇ ਆਸਰੇ ਤੇ ਹੁੰਦਾ ਹੈ। ਬੌਧਿਕ ਵਿਕਾਸ ਵਿਦਿਅਕ ਮੰਦਰਾਂ ਦੇ ਆਲੇ ਦੁਆਲੇ ਤੇ ਅਧਿਆਤਮਿਕ ਵਿਕਾਸ ਮਨੁੱਖ ਦਾ ਧਾਰਮਿਕ ਮੰਦਰਾਂ ਦੇ ਆਸਰੇ ਤੇ ਹੁੰਦਾ ਹੈ। ਜਿਸ ਬੰਦੇ ਲਈ ਇਹ ਦੋਵੇਂ ਦੁਆਰ ਬੰਦ ਕਰ ਦਿੱਤੇ ਜਾਣ, ਉਸ ਮਨੁੱਖ ਦਾ ਸਾਰਾ ਵਿਕਾਸ ਰੁਕ ਜਾਂਦਾ ਹੈ। ਪਰ ਇਹ ਤੇ ਕੋਈ ਧੁਰ ਦਰਗਾਹੋਂ ਹੀ ਪੜ੍ਹਿਆ ਹੋਇਆ ਪੁਰਸ਼ ਆਇਆ ਹੈ। ਭਾਵੇਂ ਦੋਵੇਂ ਮੰਦਰਾਂ ਦੇ ਦੁਆਰ ਆਪ ਲਈ ਬੰਦ ਨੇ, ਲੇਕਿਨ ਫਿਰ ਵੀ ਆਪ ਨੇ ਸਾਰੀ ਮਨੁੱਖਤਾ ਲਈ ਧਾਰਮਿਕ ਮੰਦਰ ਤੇ ਵਿਦਿਅਕ ਮੰਦਰਾਂ ਦੇ ਦੁਆਰ ਆਪਣੇ ਰਾਹੀਂ ਖੋਲ੍ਹੇ। ਜਗਤ ਨੂੰ ਚਾਨਣਾ ਦਿੱਤਾ, ਵਿਦਿਆ ਦੇ ਰਾਹੀਂ ਜਗਤ ਨੂੰ ਚਾਨਣਾ ਦਿੱਤਾ, ਧਰਮ ਗਿਆਨ ਦੇ ਰਾਹੀਂ। ਬ੍ਰਾਹਮਣ ਦੀ ਇਹ ਮਨੋਤ ਸੀ ਕਿ ਆਲਮ ਫਾਜ਼ਲ ਭਗਤ ਸੰਤ ਜਨ ਕੇਵਲ ਬ੍ਰਾਹਮਣ ਦੇ ਘਰ ਹੀ ਪੈਦਾ ਹੁੰਦੇ ਨੇ। ਇਸ ਵਾਸਤੇ ਆਪ ਦੇ ਨਾਲ ਅਨੇਕਾਂ ਹੀ ਮਿੱਥ ਜੁੜ ਗਈਆਂ। ਜੈਸੇ ਕਿ ਇੱਕ ਕੁਆਰੀ ਬ੍ਰਾਹਮਣੀ ਦੇ ਕੁੱਖ ਤੋਂ ਬਾਲਕ ਦਾ ਜਨਮ ਹੋਇਆ ਔਰ ਉਹਨੇ ਗੰਗਾ ਦੇ ਤੱਟ ਤੇ ਉਸ ਨੂੰ ਸੁੱਟ ਦਿੱਤਾ ਔਰ ਉਹਨੂੰ ਨੀਮਾ ਤੇ ਨੀਰੂ ਜੁਲਾਹਾ ਚੁੱਕ ਕੇ ਲੈ ਆਏ। ਇਹ ਇੱਕ ਮਿੱਥ ਹੈ, ਜਦ ਕਿ ਹਕੀਕਤ ਹੈ ਕਿ ਨੀਮੂ ਤੇ ਨੀਰਾ ਦੇ ਘਰ ਬਕਾਇਦਾ ਕਬੀਰ ਦਾ ਜਨਮ ਹੋਇਆ ਹੈ। ਕਬੀਰ ਨੇ ਆਪਣੀ ਜ਼ਾਤ ਛੁਪਾਈ ਨਹੀਂ। ਕਬੀਰ ਮੇਰੀ ਜ਼ਾਤ ਕੋ ਸਭ ਕੋਈ ਹਸਨੇ ਹਾਰ, ਬਲਹਾਰੀ ਇਸ ਜਾਤ ਕੋ ਜੈ ਜਪਿਓ ਸਿਰਜਨਹਾਰ। ਕੀ ਜ਼ਾਤ ਹੈ? ਜਾਤ ਜੁਲਾਹਾ ਮਤ ਕਾ ਧੀਰ, ਸਹਿਜ ਸਹਿਜ ਗੁਣ ਰਵੇ ਕਬੀਰ।
ਗੱਲ ਸਪਸ਼ਟ ਕਰ ਦਿੱਤੀ, ਜ਼ਾਤ ਦਾ ਮੈਂ ਜੁਲਾਹਾ ਹਾਂ, ਵਰਨ ਕਰਕੇ ਮੈਂ ਸ਼ੂਦਰ ਹਾਂ। ਇਸ ਲਈ ਮੈਂ ਜਗਤ ਦੇ ਸਾਹਮਣੇ ਉਹ ਵਿਚਾਰਾਂ ਰੱਖਦਾ ਕਿ ਮਨੁੱਖ ਨਾਲ ਨਾ ਕੋਈ ਵਰਨ ਜੋੜਿਆ ਜਾਏ, ਮਨੁੱਖ ਨਾਲ ਨਾ ਕੋਈ ਜ਼ਾਤ ਜੋੜੀ ਜਾਏ। ਗਰਭਵਾਸ ਮੇਂ ਕੁਲ ਨਹੀਂ ਜਾਤੀ, ਬ੍ਰਹਮ ਬਿੰਦੇ ਤੇ ਸਭ ਉਤਪਾਤੀ। ਇਹ ਕਬੀਰ ਦੇ ਬੋਲ ਨੇ। ਜ਼ਾਤ ਦਾ ਜਨਮ ਸਰੀਰ ਦੇ ਜਨਮ ਦੇ ਨਾਲ ਹੈ, ਵਰਨ ਦਾ ਜਨਮ ਸਰੀਰ ਦੇ ਜਨਮ ਦੇ ਨਾਲ ਹੈ। ਤੇ ਕਬੀਰ ਕਹਿੰਦੇ ਨੇ ਮੈਂ ਇਸ ਸਰੀਰ ਤੋਂ ਪਹਿਲੇ ਵੀ ਸੀ। ਜਦ ਮੈਂ ਪਹਿਲੇ ਵੀ ਸੀ ਤੇ ਇਸ ਵਰਨ ਦਾ, ਇਸ ਜ਼ਾਤ ਦਾ ਮੇਰੇ ਨਾਲ ਜੋੜਨਾ ਇੱਕ ਬੱਚਿਆਂ ਦੀ ਖੇਲ ਹੈ। ਲੇਕਿਨ ਬੜੇ ਬੜੇ ਆਲਮ ਵਿਦਵਾਨ ਵੀ ਕਈ ਦਫਾ ਇਸ ਤਰ੍ਹਾਂ ਦੀ ਬੱਚਿਆਂ ਦੀ ਖੇਲ ਕਰਦੇ ਨੇ। ਸਾਰੀ ਮਨੁੱਖਤਾ ਨੂੰ ਸਾਡੇ ਦੇਸ਼ ਦੇ ਮੁਖੀ ਲੋਕਾਂ ਨੇ 4 ਹਿੱਸਿਆਂ ਦੇ ਵਿੱਚ ਵੰਡ ਕੇ ਰੱਖਿਆ ਹੋਇਆ ਸੀ, ਜਿਸ ਤੋਂ ਕਬੀਰ ਬਿਲਕੁਲ ਇਨਕਾਰੀ ਹੋਏ। ਇਸ ਵੰਡ ਨੂੰ ਮੰਨਣ ਤੋਂ ਆਪ ਨੇ ਬਿਲਕੁਲ ਇਨਕਾਰ ਕਰ ਦਿੱਤਾ। ਆਪ ਨੇ ਸਪਸ਼ਟ ਰੂਪ ਵਿੱਚ ਕਹਿ ਦਿੱਤਾ, ਜੇ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਟ ਕਾਹੇ ਨਹੀਂ ਆਇਆ। ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੂਧ। ਮੇਰੇ ਸਰੀਰ ਨੂੰ ਕੋਈ ਚੀਰੇ ਤੇ ਲਹੂ ਨਿਕਲਦਾ ਹੈ, ਪਰ ਐ ਬ੍ਰਾਹਮਣ ਤੇਰੇ ਸਰੀਰ ਨੂੰ ਕੋਈ ਚੀਰੇ ਤੇ ਦੁੱਧ ਥੋੜ੍ਹੀ ਨਿਕਲਦਾ ਹੈ, ਉਸ ਦੇ ਵਿੱਚ ਵੀ ਤੇ ਲਹੂ ਹੀ ਨਿਕਲਦਾ ਹੈ। ਮੇਰੇ ਸਰੀਰ ਦੇ ਅੰਦਰ ਹੱਡ ਮਾਸ ਮਿੰਜ ਔਰ ਦੁਰਗੰਧੀ ਇਤਿਆਦਿਕ ਹੈ, ਤੇਰੇ ਸਰੀਰ ਦੇ ਵਿੱਚ ਵੀ ਤੇ ਇਹੀ ਕੁਛ ਹੈ। ਸਰੀਰਕ ਤਲ ਤੇ ਆਪਣੇ ਬ੍ਰਾਹਮਣ ਹੋਣ ਦਾ ਸਬੂਤ ਦੇ ਕਿ ਤੇਰੇ ਤੇ ਮੇਰੇ 'ਚ ਫਰਕ ਕੀ ਹੈ। ਫਰਕ ਹੁੰਦਾ ਹੈ ਮਨ ਵਿੱਚ, ਫਰਕ ਹੁੰਦਾ ਹੈ ਵਿਚਾਰਾਂ ਦੇ 'ਚ, ਫਰਕ ਹੁੰਦਾ ਹੈ ਸੋਚਣੀ ਦੇ 'ਚ। ਔਰ ਮੇਰੇ ਵਿਚਾਰਾਂ ਦੇ 'ਚ ਪ੍ਰਮਾਤਮਾ ਹੈ, ਮੇਰੇ ਵਿਚਾਰਾਂ ਦੇ 'ਚ ਸੱਚ ਹੈ, ਮੇਰੇ ਵਿਚਾਰਾਂ ਦੇ 'ਚ ਈਸ਼ਵਰ ਹੈ, ਮੇਰੀ ਸੋਚ ਮੰਡਲ ਦੇ 'ਚ ਪ੍ਰਮਾਤਮਾ ਹੈ। ਇਸ ਵਾਸਤੇ ਮੈਂ ਤੇ ਉਸ ਨੂੰ ਬ੍ਰਾਹਮਣ ਮੰਨਦਾ। ਕਹੋ ਕਬੀਰ ਜੋ ਬ੍ਰਹਮ ਵਿਚਾਰੇ, ਸੋ ਬ੍ਰਾਹਮਣ ਕਹੀਅਤ ਹੈ ਹਮਾਰੇ। ਸਰੀਰ ਦੇ ਤਲ ਤੇ ਨਾ ਕੋਈ ਨੀਵਾਂ ਹੈ ਨਾ ਕੋਈ ਉੱਚਾ ਹੈ। ਵਿਚਾਰ ਦੇ ਤਲ ਤੇ ਮਨੁੱਖ ਨੀਵਾਂ ਹੈ, ਮਨੁੱਖ ਉੱਚਾ ਹੈ। ਹਕੀਕਤ ਹੈ ਜਿਸ ਦੇ ਵਿਚਾਰ ਨੀਵੇਂ ਨੇ ਉਹ ਨੀਵਾਂ ਹੈ, ਜਿਸ ਦੇ ਵਿਚਾਰ ਉੱਚੇ ਨੇ ਉਹ ਉੱਚਾ ਹੈ। ਤੋ ਕਬੀਰ ਕਹਿੰਦੇ ਨੇ ਮੇਰੇ ਵਿਚਾਰ ਬ੍ਰਹਮ ਜੈਸੇ ਨੇ, ਪਰ ਅਕਸਰ ਮਨੁੱਖ ਦੀ ਦ੍ਰਿਸ਼ਟੀ ਸਰੀਰ ਤੇ ਹੀ ਰੁਕਦੀ ਹੈ। ਕੈਸੀ ਇੱਕ ਅਗੰਮੀ ਗਾਥਾ ਹੈ ਸਾਡੇ ਦੇਸ਼ ਦੇ ਵਿੱਚ ਪ੍ਰਚਲਿਤ ਕਿ ਰਿਸ਼ੀ ਅਸ਼ਟਾਵਕਰ ਜੋ ਆਪਣੇ ਸਰੀਰ ਦੇ ਵਿੱਚ 8 ਬਲ ਰੱਖਦੇ ਸਨ, ਲੱਤਾਂ ਟੇੜੀਆਂ, ਬਾਹਾਂ ਟੇੜੀ, ਗਰਦਨ ਟੇੜੀ, ਗਰਮ ਜੋ ਹੈ ਲੱਕ ਟੇੜਾ, ਗਰਸ ਕੇ ਸਾਰਾ ਸਰੀਰ 8 ਬਲਾਂ ਦੇ ਵਿੱਚ ਬਕਾਇਦਾ ਵਿੰਗਾ ਹੋਇਆ ਹੋਇਆ। ਕਹਿੰਦੇ ਨੇ ਜਨਕ ਦੀ ਸਭਾ ਦੇ ਵਿੱਚ ਜਦ ਆਪ ਦਾ ਅਚਾਨਕ ਆਉਣਾ ਹੋਇਆ, ਕਿਉਂਕਿ ਆਪ ਦੇ ਪਿਤਾ ਰਾਜਗੁਰੂ ਸਨ ਤੇ ਕਿਸੇ ਕਾਰਨ ਕਰਕੇ ਆਪ ਪਿਤਾ ਨੂੰ ਹੀ ਬੁਲਾਉਣ ਵਾਸਤੇ ਆਏ, ਤੇ ਸਰੀਰ ਦੇ ਇਹ 8 ਬਲ ਵੇਖ ਕੇ ਜਨਕ ਦੀ ਸਭਾ ਵਿੱਚ ਬੈਠੇ ਹੋਏ ਬ੍ਰਾਹਮਣ ਹੱਸ ਪਏ। ਔਰ ਹੱਸੀ ਦੇ 'ਚ ਮਖੌਲ ਸੀ, ਹੱਸੀ ਦੇ 'ਚ ਤਨਸ ਸੀ, ਹੱਸੀ ਦੇ 'ਚ ਨਿੰਦਾ ਸੀ, ਹੱਸੀ ਦੇ 'ਚ ਚੋਟ ਸੀ। ਚੋਟ ਕਰਨੀ ਹੋਵੇ ਕਿਸੇ ਤੇ ਮਨੁੱਖ ਰੋ ਕੇ ਵੀ ਚੋਟ ਕਰ ਸਕਦਾ ਹੈ, ਹੱਸ ਕੇ ਵੀ ਚੋਟ ਕਰ ਸਕਦਾ ਹੈ। ਚੋਟ ਕਰਨੀ ਹੋਵੇ ਕਿਸੇ ਤੇ ਮਨੁੱਖ ਨੇ ਤਾਂ ਉਹ ਅਪਮਾਨ ਕਰਕੇ ਵੀ ਚੋਟ ਕਰ ਸਕਦਾ ਹੈ, ਸਨਮਾਨ ਦੇ ਕੇ ਵੀ ਚੋਟ ਕਰ ਸਕਦਾ ਹੈ। ਚੋਟ ਕਰਨੀ ਹੋਵੇ ਕਿਸੇ ਤੇ ਹਕੀਕਤ ਹੈ ਕਿਸੇ ਦੀ ਇੱਜ਼ਤ ਕਰਕੇ ਵੀ ਚੋਟ ਕੀਤੀ ਜਾ ਸਕਦੀ ਹੈ, ਬੇਇੱਜ਼ਤੀ ਕਰਕੇ ਵੀ ਚੋਟ ਕੀਤੀ ਜਾ ਸਕਦੀ ਹੈ। ਕਿਸੇ ਦਾ ਦੇਣਾ ਵੀ ਦਰਅਸਲ ਖੋਣਾ ਆਉਂਦਾ ਹੈ ਤੇ ਕਈ ਦਫਾ ਕਿਸੇ ਦਾ ਖੋਣਾ ਵੀ ਵਾਸਤਵਿਕ ਦੇਣਾ ਆਉਂਦਾ ਹੈ। ਇਸ ਹੱਸੀ ਦੇ 'ਚ ਬਹੁਤ ਗਹਿਰੀ ਚੋਟ ਸੀ, ਅਸ਼ਟਾਵਕਰ ਨੂੰ ਲੱਗੀ। ਆਪ ਨੇ ਸੁਤੇ ਸਿਦਕਿਆ, ਰਾਜਨ ਅੱਜ ਪਤਾ ਚੱਲਿਆ ਤੇਰੀ ਮਹਿਫਿਲ ਦੇ ਚਮਾਰ ਬੈਠੇ ਨੇ। ਮੈਂ ਤੇ ਸਮਝਿਆ ਸੀ ਬ੍ਰਾਹਮਣ ਹੋਣਗੇ, ਅੱਜ ਪਤਾ ਚੱਲਿਆ ਤੂੰ ਸ਼ੂਦਰਾਂ ਦੇ 'ਚ ਘਿਰਿਆ ਹੋਇਆ ਹੈ। ਮਹਾਂਪੁਰਸ਼ ਦੀ ਦ੍ਰਿਸ਼ਟੀ 'ਚ ਸ਼ੂਦਰ ਉਹ ਜਿਸ ਦੇ ਵਿਚਾਰ ਨੀਵੇਂ ਨੇ, ਤੂੰ ਤੇ ਸ਼ੂਦਰਾਂ ਵਿੱਚ ਘਿਰਿਆ ਹੋਇਆ ਹੈ, ਇਹਦੇ ਸਭ ਚਮਾਰ ਬੈਠੇ ਨੇ। ਜਨਕ ਨੇ ਆਖਿਆ ਰਿਸ਼ੀ ਜੀ ਚਮਾਰ ਕੈਸੇ? ਤੋ ਆਪ ਨੇ ਕਿਹਾ ਇਹਨਾਂ ਨੇ ਮੇਰੀ ਚਮੜੀ ਵੇਖੀ ਹੈ, ਇਹਨਾਂ ਨੇ ਮੇਰਾ ਸਰੀਰ ਵੇਖਿਆ ਹੈ। ਤੇ ਚਮਾਰ ਉਹ ਹੈ ਜਿਹਦੀ ਦ੍ਰਿਸ਼ਟੀ ਚਮੜੇ ਤੇ, ਜਿਸ ਦੀ ਦ੍ਰਿਸ਼ਟੀ ਸਰੀਰ ਤੇ, ਜਿਸ ਦੀ ਦ੍ਰਿਸ਼ਟੀ ਮਨ ਤੇ ਹੈ ਉਹ ਮਨੋਵਿਗਿਆਨੀ ਹੈ, ਤੇ ਜਿਸ ਦੀ ਦ੍ਰਿਸ਼ਟੀ ਆਤਮਾ ਤੇ ਉਹ ਸੰਤ ਹੈ, ਭਗਤ ਹੈ, ਗੁਰਮੁਖ ਹੈ। ਇਹਨਾਂ ਦੀ ਦ੍ਰਿਸ਼ਟੀ ਮੇਰੇ ਸਰੀਰ ਤੇ ਹੈ, ਇਹ ਚਮਾਰ ਨੇ।
ਇਹ ਮੇਰੇ ਮਨ ਤੱਕ ਵੀ ਨਹੀਂ ਪਹੁੰਚੇ। ਇਹਨਾਂ ਨੂੰ ਵਿਦਵਾਨ ਮੰਨਾਂ ਤੇ ਮੈਂ ਕਿਸ ਤਰ੍ਹਾਂ ਮੰਨਾਂ? ਇਹਨਾਂ ਨੂੰ ਦਾਰਸ਼ਨਿਕ ਵਿਚਾਰਕ ਮੈਂ ਮੰਨਾਂ ਤੇ ਕਿਸ ਤਰ੍ਹਾਂ ਮੰਨਾਂ? ਇਹਨਾਂ ਦੀ ਤੈਅ ਕੁਛ ਵੀ ਨਹੀਂ ਹੈ। ਇਹਨਾਂ ਦੀ ਦ੍ਰਿਸ਼ਟੀ ਬਹੁਤ ਥੋਥੀ ਹੈ ਔਰ ਉੱਪਰਲੀ ਹੈ। ਔਰ ਆਪਣੇ ਵਿਚਾਰਾਂ ਦੇ ਰਾਹੀਂ ਅਹਿਸਾਸ ਕਰਾ ਦਿੱਤਾ ਜਨਕ ਨੂੰ, ਭਾਵੇਂ ਮੇਰੇ ਸਰੀਰ ਵਿੱਚ 8 ਬਲ ਨੇ, ਪਰ ਮੇਰੇ ਮਨ ਵਿੱਚ ਇੱਕ ਬਲ ਵੀ ਨਹੀਂ। ਭਾਵੇਂ ਇਹਨਾਂ ਬ੍ਰਾਹਮਣਾਂ ਦੇ ਸਰੀਰ ਵਿੱਚ ਕੋਈ ਬਲ ਨਹੀਂ, ਪਰ ਇਹਨਾਂ ਦੇ ਮਨ ਵਿੱਚ ਲੱਖਾਂ ਹੀ ਬਲ ਨੇ, ਲੱਖਾਂ ਹੀ ਵਿੰਗ ਨੇ, ਲੱਖਾਂ ਹੀ ਟੇੜਾਪਨ ਹੈ। ਤੋ ਹਕੀਕਤ ਹੈ ਭਗਤ ਕਬੀਰ ਜੀ ਦਾ ਐਸਾ ਕਹਿਣਾ, ਜੇ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਟ ਕਾਹੇ ਨਹੀਂ ਆਇਆ। ਵੀ ਜਿਸ ਢੰਗ ਨਾਲ ਜਗਤ ਤੇ ਮੈਂ ਆਇਆ, ਇਹ ਬ੍ਰਾਹਮਣ ਤੇਰਾ ਵੀ ਆਉਣ ਦਾ ਢੰਗ ਹੋਈ ਹੈ। ਮਾਂ ਬਾਪ ਦੇ ਜ਼ਰੀਏ ਮੈਂ ਆਇਆ, ਮਾਂ ਬਾਪ ਦੇ ਜ਼ਰੀਏ ਤੂੰ ਆਇਆ। ਮੇਰੇ ਸਰੀਰ ਵਿੱਚ ਲਹੂ ਹੈ, ਤੇਰੇ ਸਰੀਰ ਵਿੱਚ ਵੀ ਲਹੂ ਹੈ, ਕੋਈ ਦੁੱਧ ਨਹੀਂ ਹੈ। ਫਿਰ ਤੂੰ ਬ੍ਰਾਹਮਣ ਕੈਸਾ ਤੇ ਮੈਂ ਸ਼ੂਦਰ ਕੈਸਾ? ਹਕੀਕਤ ਹੈ ਕਿ ਕਹੋ ਕਬੀਰ ਜੋ ਬ੍ਰਹਮ ਵਿਚਾਰੇ, ਸੋ ਬ੍ਰਾਹਮਣ ਕਹੀਅਤ ਹੈ ਹਮਾਰੇ। ਜੁਲਾਹੇ ਦੇ ਘਰ ਜਨਮ ਲੈ ਕੇ ਤੇ ਇਤਨੀਆਂ ਫਿਲਸਫੇ ਪੂਰਤ ਗੱਲਾਂ ਕਰਨੀਆਂ, ਬ੍ਰਹਮ ਦੀ ਵਿਚਾਰ ਦੇਣੀ, ਦਰਅਸਲ ਇਹ ਅਖੌਤੀ ਹੰਕਾਰੀ ਬ੍ਰਾਹਮਣਾਂ ਨੂੰ ਚੰਗਾ ਨਾ ਲੱਗੇ। ਐਸਾ ਦੌਰ ਚੱਲਿਆ ਬਨਾਰਸ ਵਿੱਚ, ਆਪ ਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲੱਗੇ। ਔਰ ਇਹ ਇਲਜ਼ਾਮ ਪ੍ਰਥਮ ਬ੍ਰਾਹਮਣਾਂ ਦੀ ਤਰਫੋਂ ਲੱਗੇ, ਫਿਰ ਮੌਲਵੀਆਂ ਦੀ ਤਰਫੋਂ ਲੱਗੇ। ਇਹ ਪਹਿਲਾ ਐਸਾ ਪੁਰਸ਼ ਬਨਾਰਸ ਦਾ ਜਿਹਦੇ ਨਾਲ ਇਹ ਦੋਵੇਂ ਫਿਰਕਿਆਂ ਦੇ ਮੁਖੀ ਸਹਿਮਤ ਨਾ ਹੋਏ। ਉਸ ਦਾ ਇੱਕ ਕਾਰਨ, ਜਦ ਮੌਲਵੀ ਨੇ ਕਿਹਾ ਨੀਰੂ ਜੁਲਾਹੇ ਨੂੰ ਕਿ ਪੁੱਤਰ ਤੇਰਾ ਹੁਣ 9 ਸਾਲ ਦਾ ਹੋ ਗਿਆ, ਲਿਹਾਜ਼ਾ ਇਸ ਦੀ ਸੁੰਨਤ ਕਰਾਓ, ਔਰ ਇਹ ਬਕਾਇਦਾ ਸ਼ਰ੍ਹਾ ਦਾ ਆਧਾਰ ਨਹੀਂ ਹੋਵੇ। ਕਹਿੰਦੇ ਨੇ ਮਾਂ ਬਾਪ ਰਾਜ਼ੀ ਹੋਏ ਵੀ ਠੀਕ ਹੈ। ਔਰ ਇਸਲਾਮੀ ਜਗਤ ਵਿੱਚ ਸੁੰਨਤ ਇੱਕ ਬਹੁਤ ਖੁਸ਼ੀ ਦਾ ਦਿਨ ਗਿਣਿਆ ਜਾਂਦਾ ਹੈ। ਮਿਠਾਈ ਵੰਡੀ ਜਾਂਦੀ ਹੈ, ਮਹਿਮਾਨਾਂ ਨੂੰ ਭੋਜ ਖਾਣਾ ਖਿਲਾਇਆ ਜਾਂਦਾ ਹੈ, ਆਓ ਭਗਤ ਕੀਤੀ ਜਾਂਦੀ ਹੈ। ਔਰ ਇਹ ਬਾਲਕ ਅੱਜ ਤੋਂ ਸ਼ਰ੍ਹਾ ਵਿੱਚ ਪ੍ਰਵਿਰਤ ਹੋਇਆ, ਇਸ ਗੱਲ ਦੀ ਬਹੁਤ ਵੱਡੀ ਖੁਸ਼ੀ ਮਨਾਈ ਜਾਂਦੀ ਹੈ। ਲੇਕਿਨ ਕਬੀਰ ਨੇ ਸੁੰਨਤ ਕਰਾਉਣ ਤੋਂ ਇਨਕਾਰ ਕੀਤਾ ਤੇ ਆਪ ਦੇ ਇਹ ਮਹਾਬੋਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਇਸ ਢੰਗ ਨਾਲ ਦਰਜ ਨੇ ਕਿ ਸੁਨਤ ਕਰੇ ਜੇ ਤੁਰਕ ਹੋਏਗਾ, ਮੈਂ ਨਾ ਬਦੋਂਗਾ ਭਾਈ, ਜੋਰੇ ਖੁਦਾਏ ਮੁਕੋ ਤੁਰਕ ਕਰੇਗਾ, ਆਪਨ ਹੀ ਕਟ ਜਾਏ। ਸਖਤ ਸਨੇਹ ਕਰ ਤੁਰਕ ਹੋਏਗਾ। ਹਕੀਕਤ ਜੇ ਸਖਤ ਛੁਰੀ ਦੇ ਨਾਲ, ਇੰਦਰੀ ਕਟਣ ਨਾਲ ਜੇ ਕੋਈ ਵਾਕਈ ਮੁਸਲਮਾਨ ਹੋ ਜਾਂਦਾ ਹੈ, ਤੇ ਐਸਾ ਅਗਰ ਰੱਬ ਚਾਹੁੰਦਾ ਸੀ ਤੋ ਰੱਬ ਸਵੈਮ ਕੱਟ ਦਿੰਦਾ, ਪਰਮਾਤਮਾ ਹੀ ਸੁਨਤ ਕਰ ਦਿੰਦਾ। ਸੁਨਤ ਕਰੇ ਜੇ ਤੁਰਕ ਹੋਏਗਾ, ਔਰਤ ਕਾ ਕਿਆ ਕਰੀਏ, ਅਰਧ ਸਰੀਰੀ ਨਾਰ ਨਾ ਛੋੜੇ, ਤਾਂ ਤੇ ਹਿੰਦੂ ਹੀ ਰਹੀਏ। ਬੜੀ ਕੀਮਤੀ ਗੱਲ ਕਬੀਰ ਕਹਿ ਗਏ ਨੇ, ਅਗਰ ਪੁਰਸ਼ ਦੀ ਸੁਨਤ ਕਰੋਗੇ ਤਾਂ ਇਸਤਰੀ ਦਾ ਕੀ ਕਰੋਗੇ? ਤਾਂ ਇਸਤਰੀ ਤੇ ਆਖਿਰ ਹਿੰਦੂ ਹੀ ਰਹੀ। ਅੱਧਾ ਸਰੀਰ ਮੁਸਲਿਮ, ਅੱਧਾ ਹਿੰਦੂ। ਕਬੀਰ ਨੇ ਸੁਨਤ ਕਰਾਉਣ ਤੋਂ ਇਨਕਾਰ ਕੀਤਾ ਔਰ ਆਖਿਆ ਕਿ ਸਰੀਰ ਦੇ ਸਾਰੇ ਅੰਗ ਪਰਿਪੂਰਨ ਪਰਮਾਤਮਾ ਦੀ ਤਰਫੋਂ ਸੰਪੂਰਨ ਨੇ ਤੇ ਮੈਂ ਕਿਸੇ ਵੀ ਅੰਗ ਨੂੰ ਘਟਾਉਣ ਨੂੰ ਰਾਜ਼ੀ ਨਹੀਂ। ਲੇਕਿਨ ਆਪ ਨੇ ਇਸ ਰਸਮ ਨੂੰ ਵੀ ਮੰਨਣ ਤੋਂ ਇਨਕਾਰ ਕੀਤਾ ਕਿ 9 ਸਾਲ ਦੇ ਬਾਲਕ ਨੂੰ ਜਦ ਜਗੋ ਪਵਿੱਤ ਕਰਾਇਆ ਜਾਂਦਾ ਹੈ ਤਾਂ ਆਪ ਇਸ ਸੰਬੰਧ ਵਿੱਚ ਵੀ ਕਹਿੰਦੇ ਨੇ, ਹਮ ਗਰ ਸੂਤ ਤਨੇ ਨਿਤ ਤਾਨਾ, ਕੰਠ ਜਨੇਊ ਤੁਮਾਰੇ, ਤੁਮ ਤੋ ਪੜਤੇ ਵੇਦ ਗਾਇਤਰੀ, ਗੋਬਿੰਦ ਹਿਰਦੇ ਹਮਾਰੇ। ਵੀ ਜਿਹੜਾ ਸੂਤਰ ਤੂੰ ਵੱਟ ਪਾ ਕੇ ਗਲ ਵਿੱਚ ਪਾ ਦੇਣਾ ਤੇ ਕਹਿੰਦਾ ਜਨੇਊ ਹੈ, ਇਹ ਸੂਤ ਸਾਡੇ ਘਰ ਵਿੱਚ ਕੱਤਿਆ ਜਾਂਦਾ, ਸਾਡੇ ਘਰ ਵਿੱਚ ਬਣਾਇਆ ਜਾਂਦਾ, ਅਸੀਂ ਬਣਾਉਂਦੇ ਹਾਂ। ਹਮ ਗਰ ਸੂਤ ਤਨੇ ਨਿਤ ਤਾਨਾ, ਕੰਠ ਜਨੇਊ ਤੁਮਾਰੇ। ਵੀ ਕਮਾਲ ਦੀ ਗੱਲ, ਸੂਤਰ ਅਸੀਂ ਬਣਾਉਂਦੇ ਹਾਂ ਤੇ ਕੰਠ ਵਿੱਚ ਤੁਸੀਂ ਪਾ ਕੇ ਬ੍ਰਾਹਮਣ ਹੋ ਜਾਂਦੇ ਹੋ, ਜਦ ਕਿ ਬਣਾਉਂਦੇ ਅਸੀਂ ਹਾਂ। ਇਸ ਸੂਤ ਨੂੰ ਕੱਤਦੇ ਹਸਤੇ ਹਾਂ ਅਸੀਂ ਹਾਂ। ਤੁਮ ਤੋਂ ਪੜ੍ਹਤੇ ਵੇਦ ਗਾਇਤਰੀ, ਗੋਬਿੰਦ ਹਿਰਦੇ ਹਮਾਰੇ। ਜਿਸ ਲਈ ਤੁਸੀਂ ਵੇਦ ਪੜ੍ਹਦੇ ਹੋ, ਗਾਇਤਰੀ ਦਾ ਜਾਪ ਕਰਦੇ ਹੋ, ਉਹ ਗੋਬਿੰਦ ਮੇਰੇ ਹਿਰਦੇ ਵਿੱਚ, ਉਹ ਮੇਰੇ ਰੋਮ ਰੋਮ ਵਿੱਚ ਵਸਿਆ ਹੋਇਆ ਹੈ। ਇਸ ਤਰੀਕੇ ਨਾਲ ਦੋ ਫਿਰਕਿਆਂ ਦੇ
ਧਾਰਮਿਕ ਮੁਖੀ, ਅਖੌਤੀ ਧਾਰਮਿਕ ਮੁਖੀ ਕਬੀਰ ਦੇ ਮੁਖਾਲਫ ਹੋਏ। ਔਰ ਇਸ ਤਰ੍ਹਾਂ ਦੇ ਫੋਕੇ ਧਾਰਮਿਕ ਬੰਦਿਆਂ ਦੀ ਮੁਖਾਲਫਤ ਕਈ ਦਫਾ ਬਹੁਤ ਵੱਡੇ ਦੁੱਖ ਤੇ ਪੀੜਾ ਨੂੰ ਜਨਮ ਦਿੰਦੀ ਹੈ। ਆਖਿਰ ਉਹ ਵੀ ਵਕਤ ਆ ਗਿਆ ਕਿ ਸਿਕੰਦਰ ਲੋਧੀ ਨੇ ਔਖੇ ਹੋ ਕੇ ਕਬੀਰ ਨੂੰ ਤਰ੍ਹਾਂ ਤਰ੍ਹਾਂ ਦੇ ਤਸਈਏ ਦੇਣੇ ਸ਼ੁਰੂ ਕੀਤੇ। ਔਰ ਉਹ ਵੀ ਸਮਾਂ ਆ ਗਿਆ ਕਿ ਦੂਸਰੇ ਫਿਰਕੇ ਦੇ ਮੁਖੀਆਂ ਨੇ ਕਬੀਰ ਦੇ ਘਰ ਨੂੰ ਅੱਗ ਲਾ ਦਿੱਤੀ। ਬਨਾਰਸ ਦੇ ਵਿੱਚ ਆਪ ਦੀ ਝੁੱਗੀ ਜਲ ਗਈ, ਖੱਡੀ ਜਲ ਗਈ, ਬੁਣਿਆ ਹੋਇਆ ਕੱਪੜਾ ਜਲ ਗਿਆ। ਔਰ ਅੱਧੀ ਰਾਤ ਦੇ ਵਕਤ ਕਬੀਰ ਦੇ ਘਰ ਨੂੰ ਅੱਗ ਲਾਈ ਗਈ। ਕਬੀਰ ਗੰਗਾ ਦੇ ਤੱਟ ਤੇ ਬੈਠਾ ਸੀ। ਆਪ ਦਾ ਲੜਕਾ ਕਮਾਲ, ਜੋ ਵਾਕਈ ਕਮਾਲ ਸੀ, ਜੀਵਨ ਦੇ ਵਿੱਚ, ਜ਼ਿੰਦਗੀ ਦੇ ਹਰ ਪਹਿਲੂ ਦੇ ਵਿੱਚ ਕਮਾਲ ਦਿਖਾਣਾ ਹੀ ਉਸ ਦਾ ਕਮਾਲ ਸੀ। ਉਹ ਭੱਜਿਆ ਹੋਇਆ ਗਿਆ ਗੰਗਾ ਦੇ ਤੱਟ ਤੇ ਭਗਤ ਜੀ ਆਪਣੇ ਪਿਤਾ ਨੂੰ ਕਹਿਣ ਲੱਗਾ, ਬਾਪੂ ਘਰ ਨੂੰ ਅੱਗ ਲੱਗ ਗਈ ਹੈ, ਝੁੱਗੀ ਜਲ ਗਈ ਹੈ, ਖੱਡੀ ਜਲ ਗਈ ਹੈ, ਸਾਰਾ ਸਮਾਨ ਜਲ ਕੇ ਰਾਖ ਹੋ ਗਿਆ ਹੈ, ਸਾਡੇ ਮਕਾਨ ਨੂੰ ਜਲਾ ਕੇ ਖਾਕ ਕਰ ਦਿੱਤਾ ਗਿਆ ਹੈ। ਕਬੀਰ ਕਿਸੇ ਮੌਜ 'ਚ ਬੈਠੇ ਸਨ, ਕਿਸੇ ਅਗੰਮੀ ਰਸ ਦੇ 'ਚ ਬੈਠੇ ਸਨ। ਆਪਨੇ ਫੌਰਨ ਕਹਿ ਦਿੱਤਾ, ਰਾਮ ਜਪਤ ਤਨ ਜਰ ਕੀ ਨਾ ਜਾਏ, ਰਾਮ ਨਾਮ ਚਿਤ ਰਹਿਓ ਸਮਾਏ। ਐ ਮੇਰੇ ਬੇਟੇ, ਜਿਸ ਮਸਤੀ ਦੇ 'ਚ ਮੈਂ ਲੀਨ ਹਾਂ, ਜਿਸ ਰੰਗ ਦੇ 'ਚ ਮੈਂ ਬੈਠਾ ਹਾਂ, ਮੇਰੇ ਤਨ ਨੂੰ ਵੀ ਕੋਈ ਅੱਗ ਲਾ ਦੇਵੇ ਤਾਂ ਵੀ ਪਰਵਾਹ ਨਹੀਂ, ਕੋਈ ਗੱਲ ਨਹੀਂ। ਜਿਸ ਮੌਜ ਦੇ 'ਚ ਮੈਂ ਬੈਠਾ, ਇਸ ਮੌਜ ਨੂੰ ਕੋਈ ਅੱਗ ਨਹੀਂ ਲਾ ਸਕਦਾ। ਜਿਸ ਆਨੰਦ ਦੇ 'ਚ ਮੈਂ ਬੈਠਾ, ਇਸ ਨੂੰ ਕੋਈ ਜਲਾ ਨਹੀਂ ਸਕਦਾ, ਇਹਨੂੰ ਕੋਈ ਸਾੜ ਨਹੀਂ ਸਕਦਾ। ਤੇ ਜਿਹੜੀਆਂ ਚੀਜ਼ਾਂ ਸੜ ਗਈਆਂ ਨੇ, ਕੋਈ ਗੱਲ ਨਹੀਂ, ਇਹ ਫਿਰ ਬਣ ਜਾਣਗੀਆਂ, ਇਸ ਦੀ ਚਿੰਤਾ ਕਰਨ ਦੀ ਲੋੜ ਨਹੀਂ। ਔਰ ਮੈਨੂੰ ਤੇ ਐਸਾ ਮਹਿਸੂਸ ਹੁੰਦਾ ਹੈ, ਇਹ ਅੱਗ ਵੀ ਪ੍ਰਭੂ ਆਪ ਹੈ, ਇਹ ਪਵਨ ਵੀ ਪ੍ਰਭੂ ਆਪ ਹੈ। ਆਪੇ ਪਾਵਕ ਆਪੇ ਪਵਨਾ, ਜਾਰੇ ਖਸਮ ਤਾਂ ਰਾਖੇ ਕਵਨਾ। ਜ਼ਰਰੇ ਜ਼ਰਰੇ ਵਿੱਚ ਪ੍ਰਭੂ ਦੇ ਦਰਸ਼ਨ ਕਰਨੇ ਔਰ ਉਸ ਦਾ ਦਰਸ਼ਨ ਕਰਾਉਣਾ, ਇਹੀ ਰੋਜ਼ਮਰਾ ਦੀ ਜ਼ਿੰਦਗੀ ਦਾ ਕਰਤੱਵ ਬਣ ਗਿਆ। ਤੋ ਸਿਕੰਦਰ ਲੋਧੀ ਦੀ ਮੁਖਾਲਫਤ ਵੀ ਆਪਣਾ ਰੰਗ ਲਿਆਈ। ਔਰ ਇਹ ਮੁਖਾਲਫਤ ਸਿਰਫ ਇਸ ਵਾਸਤੇ ਸੀ ਕਿ ਜਿੱਥੇ ਉਹ ਹਿੰਦੂ ਤੱਤ ਦੀ ਸ਼ਰ੍ਹਾ ਦਾ ਧਾਰਨੀ ਨਹੀਂ ਸੀ, ਉੱਥੇ ਮੁਸਲਿਮ ਸ਼ਰ੍ਹਾ ਦਾ ਵੀ ਧਾਰਨੀ ਨਹੀਂ ਸੀ। ਬਨ ਕੇ ਹਾਥੀ ਦੇ ਅੱਗੋਂ ਸੁੱਟ ਦਿੱਤਾ ਗਿਆ, ਹੱਥ ਪੈਰ ਬਨ ਕੇ, ਮੁਸ਼ਕਾਂ ਬਨ ਕੇ। ਇੱਕ ਐਸਾ ਹਾਥੀ ਜਿਹਨੂੰ ਸ਼ਰਾਬ ਪਿਲਾ ਦਿੱਤੀ ਗਈ ਤੇ ਮਹਾਵਤ ਨੂੰ ਬਿਠਾ ਕੇ ਕਹਿ ਦਿੱਤਾ ਗਿਆ, ਕਬੀਰ ਨੂੰ ਇਸ ਹਾਥੀ ਦੇ ਥੱਲੇ ਰੋਂਦ ਕੇ, ਲਿਤਾੜ ਕੇ ਖਤਮ ਕਰ ਦਿਓ। ਪਰ ਕਮਾਲ ਦਾ ਉਹ ਹਾਥੀ, ਉਸਨੇ ਸੂੰਡ ਦੇ ਨਾਲ ਕਬੀਰ ਨੂੰ ਚੁੱਕਿਆ, ਕਬੀਰ ਨੂੰ ਮੱਥਾ ਟੇਕਿਆ। ਕਬੀਰ ਆਪ ਇਸ ਵਾਰਤਾ ਨੂੰ ਆਪਣੇ ਸ਼ਬਦ ਵਿੱਚ ਕਲਮਬੰਦ ਕਰਦੇ ਨੇ, ਹਸਤ ਨ ਤੋਰੇ ਧਰੇ ਧਿਆਨ, ਵਾਕੇ ਹਿਰਦੇ ਬਸੇ ਭਗਵਾਨ। ਹਾਥੀ ਨੇ ਮੇਰੇ ਸਰੀਰ ਨੂੰ ਤੋੜਿਆ ਨਹੀਂ, ਲਿਤਾੜਿਆ ਨਹੀਂ, ਬਲਕਿ ਕੁੰਚਰ ਪੋਟ ਲੈ ਲੈ ਨਮਸਕਾਰੇ, ਬੂਝੀ ਕਾਜੀ ਨੈ ਅੰਧਾਰੇ। ਵੀ ਉਹ ਤੇ ਮੇਰੀ ਉਸ ਪੋਟਲੀ ਨੂੰ ਜੋ ਮੁਸ਼ਕਾ ਬਣ ਕੇ ਮੈਨੂੰ ਰੱਖਿਆ ਗਿਆ, ਮੱਥਾ ਟੇਕਦਾ, ਕੁੰਚਰ ਪੋਟ ਲੈ ਲੈ ਨਮਸਕਾਰੇ। ਆਮ ਸਿਆਣਿਆਂ ਦਾ ਚਿੰਤਨ ਐਸਾ ਕਹਿੰਦਾ ਹੈ, ਗਊ, ਹਾਥੀ, ਹੰਸ, ਮੋਰ, ਕੁੱਤਾ ਔਰ ਘੋੜਾ ਇਹ ਮਨੁੱਖ ਦੇ ਬਹੁਤ ਨੇੜੇ ਨੇ। ਇਹ ਸੋਚਦੇ ਨੇ, ਇਹਨਾਂ ਦੇ ਅੰਦਰ ਸੋਚ ਦਾ ਮਾਦਾ ਉਤਪੰਨ ਹੋ ਸਕਦਾ ਹੈ ਜਾਂ ਉਤਪੰਨ ਹੋ ਗਿਆ ਹੈ। ਐਸਾ ਤੇ ਨਹੀਂ ਆਖ ਸਕਦੇ ਕਿ ਸਾਰੇ ਹੀ ਘੋੜੇ ਜਾਂ ਸਾਰੇ ਹੀ ਹਾਥੀ ਸੋਚਦੇ ਨੇ। ਸਾਰੇ ਤੇ ਮਨੁੱਖ ਵੀ ਸੋਚ ਮੰਡਲ ਦੇ 'ਚ ਨਹੀਂ ਰਹਿੰਦੇ, ਲੇਕਿਨ ਇਸ ਪਸ਼ੂ ਸ਼੍ਰੇਣੀ ਦੇ 'ਚ ਬਹੁਤ ਸਾਰੇ ਐਸੇ ਨੇ ਜਿਨ੍ਹਾਂ ਦਾ ਮਨ ਵਿਕਸਿਤ ਹੋ ਚੁੱਕਿਆ ਹੈ ਔਰ ਉਹ ਮਨੁੱਖ ਦੇ ਨੇੜੇ ਨੇ। ਹਾਥੀ ਵੀ ਉਸੇ ਸ਼੍ਰੇਣੀ ਵਿੱਚ ਆਉਂਦਾ ਹੈ। ਉਹ ਬਾਰ-ਬਾਰ ਕਬੀਰ ਨੂੰ ਨਮਸਕਾਰ ਕਰਦਾ ਹੈ। ਤੇ ਹਾਥੀ ਦਾ ਇਹ ਪ੍ਰਸੰਗ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਬਾਰ-ਬਾਰ ਆਪਣੀ ਬਾਣੀ ਦੇ ਦੁਹਰਾਇਆ ਹੈ ਕਿ ਜਿਸ ਵਕਤ ਉਹ ਪਾਣੀ ਪੀਣ ਲਈ ਇੱਕ ਸਰੋਵਰ ਵਿੱਚ ਗਿਆ ਤਾਂ ਇੱਕ ਮਗਰਮੱਛ ਨੇ ਹਾਥੀ ਨੂੰ ਪਕੜ ਲਿਆ। ਉਹ ਪੈਰ ਮੂੰਹ ਵਿੱਚ ਪਾ ਕੇ ਗਹਿਰੇ ਪਾਣੀ ਵਿੱਚ ਘਸੀਟ ਕੇ ਲੈ ਜਾ ਰਿਹਾ ਹੈ ਤੇ ਪਾਣੀ ਵਿੱਚ ਮਗਰਮੱਛ ਦੀ ਤਾਕਤ ਬਹੁਤ ਜ਼ਿਆਦਾ ਹੁੰਦੀ ਹੈ। ਉਸ ਵਕਤ ਪੀੜਤ ਹਾਥੀ ਨੇ ਇੱਕ ਕਮਲ ਦਾ ਫੁੱਲ ਤੋੜ ਕੇ ਪਰਮਾਤਮਾ ਨੂੰ ਪੇਸ਼ ਕੀਤਾ
ਜਿਸ ਦਾ ਜ਼ਿਕਰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇੰਜ ਕਰਦੇ ਨੇ, ਜਬ ਹੀ ਸਰਨ ਗਹੀ ਕਿਰਪਾ ਨਿਧ ਗਜ ਗਰਾ ਤੇ ਛੂਟਾ ਮਹਿਮਾ ਨਾਮ ਕਹਾਂ ਲਓ ਬਰਨੋ ਰਾਮ ਕਹਿਤ ਬੰਧਨ ਤੇ ਟੂਟਾ। ਇਹਦਾ ਮਤਲਬ ਹੈ ਹਾਥੀ ਵੀ ਰਾਮ ਕਹਿ ਸਕਦਾ ਹੈ। ਇਹਦਾ ਮਤਲਬ ਹੈ ਕਿ ਹਾਥੀ ਵੀ ਰਾਮ ਬਾਰੇ ਸੋਚ ਸਕਦਾ ਹੈ, ਹਾਥੀ ਵੀ ਈਸ਼ਵਰ ਦਾ ਚਿੰਤਨ ਕਰ ਸਕਦਾ ਹੈ। ਔਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 'ਚ ਇੱਕ ਥਾਂ ਤੇ ਨਹੀਂ, ਅਨੇਕਾਂ ਥਾਵਾਂ ਤੇ ਇਹ ਉਦਾਹਰਣ ਆਇਆ ਹੈ। ਭਾਈ ਜ਼ਿਕਰ ਕੀਤਾ ਹੈ, ਦੁਖਤ ਗਜਿੰਦ ਅਰਬਿੰਦ ਗਏ ਭੇਟ ਰਾਖੇ ਤਾਂ ਕਿ ਕਾਜੇ ਚੱਕਰ ਪਾਣ ਆਣ ਗ੍ਰਸੇ ਗ੍ਰਾਹ ਜੀ। ਭਾਈ ਸਾਹਿਬ ਕਹਿੰਦੇ ਨੇ, ਦੁਖਤ ਅਵਸਥਾ ਦੇ ਵਿੱਚ ਹਾਥੀ ਨੇ ਕਮਲ ਦਾ ਫੁੱਲ ਪ੍ਰਭੂ ਨੂੰ ਭੇਟ ਕੀਤਾ, ਅਰਦਾਸ ਕੀਤੀ, ਹੇ ਪ੍ਰਭੂ ਮੇਰੀ ਰੱਖਿਆ ਕਰ। ਅਤੀ ਵਿਪਤਾ ਦੇ ਵਿੱਚ ਫਸੇ ਹੋਏ ਕਈ ਦਫਾ ਪਸ਼ੂ ਵੀ ਗੈਬੀ ਸ਼ਕਤੀ ਨੂੰ ਪੁਕਾਰਦੇ ਨੇ, ਕਿਉਂਕਿ ਉਹਨਾਂ ਕੋਲ ਉਸ ਗੈਬੀ ਸ਼ਕਤੀ ਤੋਂ ਇਲਾਵਾ ਹੋਰ ਕੋਈ ਆਸਰਾ ਨਹੀਂ ਰਹਿੰਦਾ, ਹੋਰ ਕੋਈ ਸਹਾਰਾ ਨਹੀਂ ਰਹਿੰਦਾ। ਅਗਰ ਹਾਥੀ ਐਸਾ ਸੋਚ ਸਕਦਾ ਹੈ ਤਾਂ ਹਾਥੀ ਫਿਰ ਮਨੁੱਖ ਦੇ ਬਹੁਤ ਨੇੜੇ ਹੈ। ਤੇ ਕਬੀਰ ਨੇ ਜੋ ਆਪਣੀ ਬਾਣੀ ਦੇ ਵਿੱਚ ਇਹ ਵਾਰਤਾ ਕਲਮਬੰਦ ਕੀਤੀ ਹੈ, ਤੇ ਕਬੀਰ ਨੂੰ ਹੋਇਆ ਕੋਈ ਬਹੁਤ ਲੰਬਾ ਅਰਸਾ ਨਹੀਂ ਹੋਇਆ, 600 ਸਾਲ ਦਾ ਸਮਾਂ ਬਤੀਤ ਹੋਇਆ ਜਦ ਕਿ ਘਟਨਾ ਘਟੀ ਹੈ। ਕੁੰਚਰ ਪੋਟ ਲੈ ਲੈ ਨਮਸਕਾਰੇ ਬੂਝੀ ਕਾਜੀ ਨੈ ਅੰਧਿਆਰੇ। ਕਬੀਰ ਕਹਿੰਦੇ ਨੇ, ਕਮਾਲ ਦੀ ਗੱਲ, ਹਾਥੀ ਦੀ ਅੱਖਾਂ ਖੁੱਲੀਆਂ ਨੇ, ਉਹ ਮੇਰੀ ਅਸਲੀਅਤ ਵੇਖ ਰਿਹਾ ਹੈ, ਪਰ ਕਾਜ਼ੀ ਨੂੰ ਤੇ ਸਿਕੰਦਰ ਲੋਧੀ ਨੂੰ ਅਸਲੀਅਤ ਨਹੀਂ ਦਿਖਾਈ ਦਿੰਦੀ। ਔਖਾ ਹੋ ਗਿਆ ਸਿਕੰਦਰ ਲੋਧੀ ਵੀ ਹਾਥੀ ਨੇ ਤੋੜਿਆ ਨਹੀਂ, ਹਾਥੀ ਨੇ ਕੁਚਲਿਆ ਨਹੀਂ, ਹਾਥੀ ਨੇ ਕਬੀਰ ਨੂੰ ਖਤਮ ਨਹੀਂ ਕੀਤਾ। ਤਾਂ ਅਹਿਲਕਾਰਾਂ ਨੂੰ ਕਿਹਾ, ਇਹਨੂੰ ਚੁੱਕ ਕੇ ਗੰਗਾ 'ਚ ਸੁੱਟ ਦਿਓ। ਗੰਗਾ ਆਪਣੇ ਜੋਬਨ ਤੇ ਚੜੀ ਹੋਈ ਸੀ, ਭਾਦਰੋਂ ਦਾ ਮਹੀਨਾ ਸੀ, ਅਥਾਹ ਪਾਣੀ ਵਗ ਰਿਹਾ ਸੀ। ਆਖਿਰ ਕਬੀਰ ਨੂੰ ਚੁੱਕ ਕੇ ਗੰਗਾ ਦੇ ਗਹਿਰੇ ਪ੍ਰਵਾਹ ਦੇ ਵਿੱਚ ਸੁੱਟ ਦਿੱਤਾ ਗਿਆ। ਆਪ ਦੇ ਉੱਥੇ ਵੀ ਬਹੁਤ ਸੁੰਦਰ ਬੋਲ ਨੇ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 'ਚ ਦਰਜ ਨੇ। ਗੰਗਾ ਕੀ ਲਹਿਰ ਮੇਰੀ ਟੁੱਟੀ ਜ਼ੰਜੀਰ ਮ੍ਰਿਗ ਛਾਲਾ ਪਰ ਬੈਠੇ ਕਬੀਰ। ਜਿਹੜੀਆਂ ਲਹਿਰਾਂ ਬੰਦੇ ਨੂੰ ਡੋਬ ਕੇ ਰੱਖ ਦਿੰਦੀਆਂ ਨੇ, ਉਹਨਾਂ ਲਹਿਰਾਂ ਨੇ ਕਬੀਰ ਦੀਆਂ ਜ਼ੰਜੀਰਾਂ ਹੀ ਤੋੜ ਦਿੱਤੀਆਂ। ਇਸ ਨੂੰ ਇੱਕ ਉਰਦੂ ਦਾ ਸ਼ਾਇਰ ਇੰਜ ਕਹਿੰਦਾ ਹੈ, फानूस बन के जिसकी हिफाजत हवा करे वो शमा कब बुझे जिसे रोशन खुदा करे। हवा ही जिस दीवे दी हिफाजत करे उस दीवे ਨੂੰ ਕੌਣ ਬੁਝਾਏਗਾ। ਲਹਿਰਾਂ ਹੀ ਜਿਸ ਮਨੁੱਖ ਨੂੰ ਪਾਰਲੇ ਕੰਡੇ ਤੇ ਲੈ ਜਾਣ, ਕਿਨਾਰੇ ਤੇ ਲਾਣ, ਉਸ ਬੰਦੇ ਨੂੰ ਡੋਬਣਾ ਬੜਾ ਔਖਾ ਹੈ। ਦੁੱਖ ਹੀ ਜਿਸ ਬੰਦੇ ਨੂੰ ਗਿਆਨ ਦੇ ਜਾਣ, ਸਿੱਖਿਆ ਦੇ ਜਾਣ ਔਰ ਭਵ ਸਾਗਰ ਤੋਂ ਪਾਰ ਹੋਣ ਦੀ ਪ੍ਰੇਰਨਾ ਦੇ ਜਾਣ, ਐਸੇ ਬੰਦੇ ਨੂੰ ਦੁਖੀ ਕਰਨਾ ਬਹੁਤ ਔਖਾ ਹੈ। ਐਸੇ ਬੰਦੇ ਨੂੰ ਪੀੜਿਤ ਕਰਨਾ ਬਹੁਤ ਔਖਾ ਹੈ। ਸਿਆਣਾ ਬੰਦਾ ਤੇ ਜ਼ਿੰਦਗੀ ਦੇ ਹਰ ਦੁੱਖ ਤੋਂ ਨਵਾਂ ਅਨੁਭਵ ਲੈਂਦਾ ਹੈ, ਨਵੀਂ ਪ੍ਰੇਰਨਾ ਲੈਂਦਾ ਹੈ, ਨਵੀਂ ਸਿੱਖਿਆ ਲੈਂਦਾ ਹੈ, ਨਵੀਂ ਦੀਕਸ਼ਾ ਲੈਂਦਾ ਹੈ। ਤੋ ਆਪ ਕਹਿੰਦੇ ਨੇ, ਗੰਗਾ ਕੀ ਲਹਿਰ ਮੇਰੀ ਟੁੱਟੀ ਜ਼ੰਜੀਰ ਮ੍ਰਿਗ ਛਾਲਾ ਪਰ ਬੈਠੇ ਕਬੀਰ। ਔਰ ਆਪ ਸਾਫ਼ ਕਹਿੰਦੇ ਨੇ, ਮਨ ਨਾ ਡਰੇ ਤਨ ਕਾਹੇ ਕੋ ਡਿਗਾਏ ਚਰਨ ਕਮਲ ਚਿਤ ਰਹਿਓ ਸਮਾਏ। ਮਨ ਪ੍ਰਭੂ ਦੇ ਚਰਨ ਨਾਲ ਐਸਾ ਜੁੜਿਆ ਹੈ ਕਿ ਜਦ ਮਨ ਡਰਦਾ ਹੀ ਨਹੀਂ, ਤੇ ਇਹ ਸਿਕੰਦਰ ਸਰੀਰ ਦੇ ਭਾਵੇਂ ਤੂੰ ਟੁਕੜੇ ਟੁਕੜੇ ਕਰ ਦੇ, ਸਰੀਰ ਦੇ ਭਾਵੇਂ ਤੂੰ ਪੁਰਜ਼ੇ ਪੁਰਜ਼ੇ ਕਰ ਦੇ, ਇਹ ਸਿਕੰਦਰ ਲੋਧੀ ਮੈਂ ਸਰੀਰ ਦੇ ਤਲ ਤੋਂ ਉੱਚਾ ਜੀ ਰਿਹਾ। ਸਰੀਰ ਨੂੰ ਭਾਵੇਂ ਤੂੰ ਡੋਬ ਦੇ, ਸਰੀਰ ਨੂੰ ਭਾਵੇਂ ਤੂੰ ਕੱਟ ਦੇ, ਸਰੀਰ ਨੂੰ ਭਾਵੇਂ ਤੂੰ ਛਲਣੀ ਕਰ ਦੇ, ਸਰੀਰ ਦੇ ਭਾਵੇਂ ਤੂੰ ਪੁਰਜ਼ੇ ਪੁਰਜ਼ੇ ਕਰ ਦੇ, ਮੇਰਾ ਮਨ ਡਰਦਾ ਹੀ ਨਹੀਂ। ਵਾਕਈ ਵੱਡੇ ਵੱਡੇ ਕੰਮ ਸੰਸਾਰ ਵਿੱਚ ਉਹਨਾਂ ਮਨੁੱਖਾਂ ਨੇ ਕੀਤੇ ਨੇ ਜੋ ਸਰੀਰ ਦੇ ਤਲ ਤੋਂ ਥੋੜ੍ਹਾ ਜਿਹਾ ਉੱਚਾ ਜੀਵਦੇ ਨੇ, ਜੋ ਸਰੀਰ ਦੇ ਮੋਹ ਵਿੱਚ, ਸਰੀਰ ਦੀ ਪਕੜ ਵਿੱਚ ਜੀਵਦੇ ਨੇ। ਖਿਮਾ ਕਰਨੀ, ਉਹ ਮਨੁੱਖ ਕਦੀ ਵੀ ਸੰਸਾਰ ਵਿੱਚ ਕੋਈ ਖਾਸ ਕੰਮ, ਮਹਾਨ ਕੰਮ ਨਹੀਂ ਕਰ ਸਕੇ ਔਰ ਹਮੇਸ਼ਾ ਹੀ ਜ਼ਿੰਦਗੀ ਦੀ ਦੌੜ ਦੇ ਵਿੱਚ ਪਛੜੇ ਜੋ ਹੈ ਰਹਿ ਜਾਂਦੇ ਨੇ। ਤੋ ਭਗਤ ਕਬੀਰ ਹਰ ਫਿਰਕੇ ਨੂੰ, ਹਰ ਤਬਕੇ ਨੂੰ ਸੱਚ ਦਾ ਉਪਦੇਸ਼, ਸੱਚ ਦਾ ਸੰਦੇਸ਼ ਦਿੰਦੇ ਹੋਇਆਂ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਨੇ। ਬਿਰਧ ਹੋ ਗਏ, ਬੁਢਾਪਾ ਹੋ ਗਿਆ, ਤੇ ਆਪ ਨੇ ਬਨਾਰਸ ਛੱਡਣ ਦਾ ਫੈਸਲਾ ਕੀਤਾ। ਸਗਲ ਜਨਮ ਸਿਵਪੁਰੀ ਬਿਤਾਇਆ ਮਰਤੀ ਬਾਰ ਮਗਹਰ ਉੱਠਦਾਇਆ। ਆਪ ਸਵੈਮ ਕਹਿੰਦੇ ਨੇ ਕਿ ਮੇਰਾ ਅੰਤਿਮ ਸਮਾਂ ਜਦ ਆਇਆ ਤਾਂ ਮੈਂ ਮਗਹਰ ਚਲਾ ਗਿਆ। ਕਿਉਂ? ਜੋ ਤਨ ਕਾਸੀ ਤਜੇ ਕਬੀਰਾ ਰਮਈਏ ਕਹਾਂ ਨਾ ਹੋ ਰਾ। ਫਿਰ ਰਾਮ ਦਾ ਕੀ ਅਹਿਸਾਨ ਕਿ ਮੈਂ ਬਨਾਰਸ ਦੇ 'ਚ ਪ੍ਰਾਣ ਤਿਆਗ ਕੇ
ਸ਼ਿਵਾਂ ਦੀ ਪੁਰੀ ਚਲਾ ਜਾਵਾਂ, ਮੋਕਸ਼ ਨੂੰ ਪ੍ਰਾਪਤ ਕਰਾਂ, ਤੇ ਮੇਰੀ ਬੰਦਗੀ ਦਾ ਕੀ ਲਾਭ, ਮੇਰੇ ਕੀਤੇ ਹੋਏ ਜਪ ਤਪ ਦਾ ਕੀ ਲਾਭ। ਇਸ ਵਾਸਤੇ ਆਪ ਆਪਣੀ ਪਤਨੀ ਨੂੰ ਮੁਖਾਤਬ ਕਰਦਿਆਂ ਹੋਇਆ ਕਹਿੰਦੇ ਨੇ, ਕਹਿਤ ਕਬੀਰ ਸੁਨੋਰੀ ਲੋਈ ਭਰਮ ਨ ਭੂਲੋ ਕੋਈ, ਕਿਆ ਕਾਸੀ ਕਿਆ ਉਹ ਕਰ ਮਗਹਰ ਰਾਮ ਹਿਰਦੇ ਜੋ ਹੋਈ। ਚਾਹੇ ਬਨਾਰਸ ਹੋਵੇ ਤੇ ਚਾਹੇ ਮਗਹਰ ਧਰਤੀ ਹੋਵੇ, ਰਾਮ ਨਾਮ ਦੇ ਚ ਲੀਨ ਜਿਹੜਾ ਪੁਰਸ਼ ਹੈ, ਚਾਹੇ ਬਨਾਰਸ ਦੇ ਸਮਾ ਜਾਏ ਤੇ ਚਾਹੇ ਮਗਹਰ ਦੇ ਸਮਾ ਜਾਏ, ਉਹ ਵਾਸਤਵਿਕ ਮੋਕਸ਼ ਗਤੀ ਨੂੰ ਪ੍ਰਾਪਤ ਹੁੰਦਾ ਹੈ, ਕਿਉਂਕਿ ਉਹਦੇ ਹਿਰਦੇ ਵਿੱਚ ਰਾਮ ਦਾ ਵਾਸਾ ਹੈ, ਉਸਦੇ ਹਿਰਦੇ ਵਿੱਚ ਈਸ਼ਵਰ ਦਾ ਵਾਸਾ ਹੈ। ਅਸਥਾਨ ਭੇਦ ਉਸ ਲਈ ਕੋਈ ਮੈਨੇ ਨਹੀਂ ਰੱਖਦਾ, ਕੋਈ ਅਹਿਮੀਅਤ ਨਹੀਂ ਰੱਖਦਾ। ਇਸ ਤਰ੍ਹਾਂ ਦੇ ਭਰਮ ਵਹਿਮ ਤੋਂ ਕਬੀਰ ਨੇ ਮਨੁੱਖਤਾ ਨੂੰ ਉੱਚਾ ਕੀਤਾ।